ਹੁਣ ਅਸੀਂ ਬੈਠੇ ਹਾਂ ਮੈਡਮ ਜਸਦੀਪ ਕੌਰ ਜੀ ਦੇ ਕੋਲ, ਜੋ ਕਿ ਵਾਈਐਸ ਪਬਲਿਕ ਸਕੂਲ ਦੇ ਵਿੱਚ ਹਿਊਮੈਨਿਟੀ ਸਟਰੀਮ ਦੇ ਕੋਆਰਡੀਨੇਟਰ ਨੇ। ਇਹਨਾਂ ਤੋਂ ਅੱਜ ਅਸੀਂ ਜਾਣਾਂਗੇ ਕਿ ਜੋ ਯੂਪੀਐਸਸੀ ਡਿਪਾਰਟਮੈਂਟ ਇੱਥੇ ਬਣਾਇਆ ਗਿਆ ਬੱਚਿਆਂ ਦੇ ਵਾਸਤੇ, ਉਹਦੇ ਕੀ ਬੱਚਿਆਂ ਨੂੰ ਫਾਇਦੇ ਨੇ। ਯੂਪੀਐਸਸੀ ਡਿਪਾਰਟਮੈਂਟ ਬਣਾਉਣ ਦੇ ਪਿੱਛੇ ਮੋਟਿਵ ਕੀ ਆ ਸਕੂਲ ਦਾ। ਸਭ ਤੋਂ ਪਹਿਲਾਂ ਮੈਡਮ ਜਸਦੀਪ ਕੌਰ ਜੀ, ਮੈਂ ਤੁਹਾਡਾ ਸਵਾਗਤ ਕਰਦਾ ਪੰਜਾਬ ਫੋਕਸ ਨਿਊਜ਼ ਚੈਨਲ ਦੇ। ਥੈਂਕ ਯੂ ਸਰ। ਅਸੀਂ ਵੀ ਤੁਹਾਡਾ ਵੈਲਕਮ ਕਰਦੇ ਹਾਂ ਸਾਡੇ ਵਾਈਐਸ ਸਕੂਲ ਦੇ ਵਿੱਚ। ਤੁਸੀਂ ਸਾਡੇ ਕੋਲ ਆਏ, ਸਾਡੇ ਬਾਰੇ ਇਨਫੋਰਮੇਸ਼ਨ ਲਓਗੇ ਅਤੇ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਦਾ ਬੈਨੀਫਿਟ ਹੋਊਗਾ। ਮੈਮ, ਆਮ ਤੌਰ 'ਤੇ ਦੇਖਿਆ ਜਾਂਦਾ ਵੀ ਯੂਪੀਐਸਸੀ ਦਾ ਜੋ ਪ੍ਰੈਪਰੇਸ਼ਨ ਹੈ, ਬੱਚੇ ਉਹ ਗ੍ਰੈਜੂਏਸ਼ਨ ਤੋਂ ਬਾਅਦ ਜਾ ਕੇ ਸੋਚਦੇ ਨੇ ਵੀ ਹੁਣ ਕਰਨੀ ਆ, ਬਟ ਸਕੂਲ ਦੇ ਵਿੱਚ ਤੁਸੀਂ 11ਵੀਂ ਤੋਂ ਬਾਅਦ ਹੀ ਬੱਚੇ ਨੂੰ ਇਹ ਸਟਾਰਟ ਕਰਵਾ ਦਿੰਦੇ ਹੋ। ਇਹਦੇ ਪਿੱਛੇ ਕੋਈ ਖਾਸ ਮੋਟਿਵ ਹੈ? ਡੈਫੀਨੇਟਲੀ ਸਰ, ਵੈਰੀ ਇੰਪੋਰਟੈਂਟ ਕੁਐਸਚਨ। ਤਾਂ ਇਹਦਾ ਸਭ ਤੋਂ ਜਿਹੜਾ ਫਸਟ ਪਰਪਜ਼ ਮੈਂ ਆਪਣੇ ਅਕੋਰਡਿੰਗ ਕਹੂੰਗੀ ਕਿ ਟਾਈਮ ਸੇਵਿੰਗ, ਐਂਡ ਸਭ ਤੋਂ ਇੰਪੋਰਟੈਂਟ ਗੱਲ ਕਿ ਜੋ ਯੂਪੀਐਸਸੀ ਐਗਜ਼ਾਮ ਹੈ ਕੋਈ ਇੰਨਾ ਈਜ਼ੀ ਐਗਜ਼ਾਮ ਤਾਂ ਨਹੀਂ ਹੈ। ਆਫ ਕੋਰਸ ਜੇ ਪੇਪਰ ਦਾ ਲੈਵਲ ਇੰਨਾ ਡਿਫੀਕਲਟ ਹੈ ਤਾਂ ਜਿਹੜਾ ਉਹਦਾ ਪ੍ਰੈਕਟਿਸ ਦਾ, ਉਹਦੀ ਲਰਨਿੰਗ ਦਾ ਜਿਹੜਾ ਪ੍ਰੋਸੈਸ ਹੈ ਤਾਂ ਦੈਟ ਵਿਲ ਆਲਸੋ ਬੀ ਵੈਰੀ ਡਿਫੀਕਲਟ। ਤਾਂ ਅਸੀਂ ਬੱਚਿਆਂ ਨੂੰ ਵਾਈਐਸ ਸਕੂਲ ਦੇ ਵਿੱਚ ਇੱਕ ਪਲੈਟਫਾਰਮ ਦਿੰਦੇ ਹਾਂ ਕਿ ਐਟਲੀਸਟ ਜੋ ਚੀਜ਼ ਉਹਨਾਂ ਨੇ ਗ੍ਰੈਜੂਏਸ਼ਨ ਤੋਂ ਬਾਅਦ ਸਟਾਰਟ ਕਰਨੀ ਆ, ਉਹ ਉਸ ਚੀਜ਼ ਦੇ ਕੈਪੇਬਲ ਹੋਣ ਫਰੋਮ ਦਾ ਵੈਰੀ ਬਿਗਨਿੰਗ, ਦੈਟ ਇਜ਼ ਫਰੋਮ +1, ਕਿ ਬੱਚੇ ਉਸ ਸਿਲੇਬਸ ਦੇ ਗੋ ਥਰੂ ਜਾਣ, ਉਸ ਸਿਟਿੰਗ ਦੇ ਯੂਜ਼ ਟੂ ਹੋਣ, ਤਾਂ ਜੋ ਉਹਨਾਂ ਨੂੰ ਅੱਗੇ ਜਾ ਕੇ ਉਸ ਚੀਜ਼ ਨੂੰ ਈਜ਼ੀਲੀ ਕਰੈਕ ਕਰ ਸਕਣ। ਜੋ ਬੱਚਾ ਸਕੂਲ ਦੇ ਵਿੱਚ 11ਵੀਂ ਕਲਾਸ ਦੇ ਵਿੱਚ ਦਾਖਲਾ ਲੈ ਲੈਂਦਾ, ਉਹਦੇ ਲਈ ਫਿਰ ਤੁਸੀਂ ਕੀ ਕ੍ਰਾਈਟੀਰੀਆ ਸੈੱਟ ਕੀਤਾ ਹੋਇਆ ਕਿ ਬੱਚਾ ਉਹ ਯੂਪੀਐਸਸੀ ਡਿਪਾਰਟਮੈਂਟ ਨੂੰ ਜੁਆਇਨ ਕਰੇ ਜਾਂ ਉਹਦੀ ਪ੍ਰੈਪਰੇਸ਼ਨ ਦੇ ਵਿੱਚ ਆਵੇ? ਸੋ ਜਿਹੜਾ ਸਭ ਤੋਂ ਫਸਟ ਕ੍ਰਾਈਟੇਰੀਆ ਉਹ ਮੈਂ ਕਹੂੰਗੀ ਕਿ ਬੱਚੇ ਦਾ ਖੁਦ ਦਾ ਇੰਟਰਸਟ ਹੈ। ਜਿਹੜੇ ਬੱਚੇ ਤਾਂ ਇਸ ਚੀਜ਼ ਨੂੰ ਲੈ ਕੇ ਪ੍ਰੋਪਰ ਨੌਲੇਜ ਹੈਗੀ ਹੈ ਕਿ ਆਈ ਵਾਂਟ ਟੂ ਗੋ ਫॉर ਯੂਪੀਐਸਸੀ, ਉਹਦੇ ਲਈ ਤਾਂ ਕੋਈ ਐਸ ਸੱਚ ਡਿਫੀਕਲਟ ਹੈ ਨਹੀਂ ਗਾ, ਉਹ ਤਾਂ ਡਾਇਰੈਕਟ ਐਡਮਿਸ਼ਨ ਲੈ ਸਕਦਾ। ਸੈਕੰਡਲੀ, ਸਾਡੇ ਕੋਲ ਕੁਛ ਕੁ ਬੱਚੇ ਇਹੋ ਜਿਹੇ ਆਉਂਦੇ ਆ ਕਿ ਜਿਨ੍ਹਾਂ ਨੂੰ ਪ੍ਰੋਪਰ ਗਾਈਡੈਂਸ ਨਹੀਂ ਹੁੰਦੀ। ਵੀ ਵੁੱਡ ਸੇ ਕਿ ਲੈਕ ਆਫ ਗਾਈਡੈਂਸ, ਉਹ ਇੱਕ ਦੂਜੇ ਦੇ ਮਗਰ ਚੱਲਦੇ ਆ। ਉਹਨੇ ਸਾਇੰਸ ਲੈ ਲਈ, ਮੈਂ ਸਾਇੰਸ ਲੈ ਰਹੀ, ਉਹਨੇ ਹਿਸਟਰੀ ਲੈ ਲਈ, ਮੈਂ ਹਿਸਟਰੀ ਲੈ ਲਈ। ਤਾਂ ਇਹੋ ਜਿਹੇ ਬੱਚਿਆਂ ਦੇ ਲਈ ਤਾਂ ਜੋ ਪ੍ਰੋਪਰ ਆਪਣੇ ਇੰਟਰਸਟ ਦੇ ਅਕੋਰਡਿੰਗ ਸਬਜੈਕਟਸ ਚੂਜ਼ ਕਰ ਸਕਣ, ਸਾਡੇ ਵਾਈਐਸ ਦੇ ਵਿੱਚ ਇੱਕ ਕਰੀਅਰ ਕਾਉਂਸਲਿੰਗ ਟੀਮ ਹੈ ਜੋ ਕਿ ਅਸੀਂ ਬੱਚਿਆਂ ਨੂੰ ਅਪੋਇੰਟ ਕਰ ਦਿੰਦੇ ਹਾਂ। ਉਸ ਅਕੋਰਡਿੰਗ ਉਹਨਾਂ ਦੀ ਪ੍ਰੋਪਰ ਕਾਉਂਸਲਿੰਗ ਸੈਸ਼ਨਸ ਲੱਗਦੇ ਆ। ਕਾਉਂਸਲਿੰਗ ਸੈਸ਼ਨਸ ਤੋਂ ਬਾਅਦ ਜੋ ਬੱਚਿਆਂ ਨੂੰ, ਆਫ ਕੋਰਸ ਬੱਚਿਆਂ ਨੂੰ ਪਤਾ ਲੱਗਦਾ ਕਿ ਅੱਛਾ ਯੂਪੀਐਸਸੀ ਦੇ ਵਿੱਚ ਇਹ ਹੁੰਦਾ ਜਾਂ ਦੂਸਰੀ ਸਟਰੀਮ ਦੇ ਵਿੱਚ ਇਹ ਹੁੰਦਾ, ਤਾਂ ਉਸ ਦੇ ਅਕੋਰਡਿੰਗ ਜੋ ਇੰਟਰਸਟਿਡ ਸਟੂਡੈਂਟਸ ਆਉਂਦੇ ਆ ਅਸੀਂ ਉਹਨਾਂ ਨੂੰ ਉਸ ਬੈਚ ਦੇ ਵਿੱਚ ਐਡਮਿਟ ਕਰ ਦਿੰਦੇ ਹਾਂ। ਮੈਮ, ਯੂਪੀਐਸਸੀ ਦੇ ਵਿੱਚ ਜਿਹੜਾ ਤੁਸੀਂ ਡਿਪਾਰਟਮੈਂਟ ਬਣਾਇਆ, ਯੂਪੀਐਸਸੀ ਡਿਪਾਰਟਮੈਂਟ ਅਲੱਗ ਤੌਰ 'ਤੇ, ਇਹਦੇ ਵਿੱਚ ਤੁਸੀਂ ਕੀ ਵਿਸ਼ੇਸ਼ ਤੌਰ 'ਤੇ ਤਿਆਰੀਆਂ ਤੁਹਾਨੂੰ ਕਰਨੀਆਂ ਪਈਆਂ ਔਰ ਕੀ ਹੈਗਾ ਉਸ ਡਿਪਾਰਟਮੈਂਟ ਦੇ ਵਿੱਚ? ਬਿਲਕੁਲ, ਜੋ ਫਸਟ ਆਫ ਆਲ ਅਸੀਂ ਕਹਾਂਗੇ ਕਿ ਸ਼ਾਇਦ ਤੁਸੀਂ ਵਿਜ਼ਿਟ ਕੀਤਾ ਹੋਣਾ, ਤਾਂ ਉਹਦੇ ਵਿੱਚ ਹੈ ਸਾਡਾ ਯੂਨੀਕ ਕਲਾਸਰੂਮ ਡਿਜ਼ਾਈਨਸ। ਜੋ ਹੁਣ ਤੱਕ ਆਪਾਂ ਦੇਖਦੇ ਆਏ ਹਾਂ ਤਾਂ ਆਪਣੇ ਕੋਲ ਇੱਕ ਨੋਰਮਲ 4 ਦੀਵਾਰਾਂ ਵਾਲੀ ਸਿੰਪਲ ਕਲਾਸਰੂਮ ਹੁੰਦੀ ਹੈ, ਤਾਂ ਤੁਸੀਂ ਸਾਡੇ ਕੋਲ ਦੇਖੋਗੇ ਜੋ ਪੋਲੀਟੀਕਲ ਸਾਇੰਸ ਦੀ ਆ ਕਲਾਸਰੂਮ, ਉਹਦੇ ਵਿੱਚ ਪੋਲੀਟੀਕਲ ਸਾਇੰਸ ਨਾਲ ਰਿਲੇਟਡ ਐਵਰੀਥਿੰਗ ਇਜ਼ ਪ੍ਰੈਜ਼ੈਂਟ। ਹਿਸਟਰੀ ਨਾਲ ਰਿਲੇਟਡ ਹੈ ਤਾਂ ਤੁਹਾਨੂੰ ਸਾਰੇ ਕਿਤੇ ਹਿਸਟਰੀ ਹੀ ਮਿਲੂਗੀ। ਸਿਮਿਲਰਲੀ ਤੁਸੀਂ ਫਾਈਨ ਆਰਟਸ ਰੂਮ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਫਾਈਨ ਆਰਟਸ ਨਾਲ ਰਿਲੇਟਡ ਪੇਂਟਿੰਗ, ਸਕਲਪਚਰ ਐਟਸੈਕਟਰਾ ਮਿਲਣਗੇ। ਸੋ ਜਿਹੜਾ ਸਭ ਤੋਂ ਪਹਿਲਾ ਇੰਪੋਰਟੈਂਟ ਪੁਆਇੰਟ ਹੈ ਦੈਟ ਇਜ਼ ਯੂਨੀਕ ਕਲਾਸਰੂਮ ਡਿਜ਼ਾਈਨਸ, ਕਿ ਬੱਚਿਆਂ ਨੂੰ ਅਟਰੈਕਟ ਕਰਦੀਆਂ ਉਹ ਚੀਜ਼ਾਂ। ਸੈਕਿੰਡ, ਆਈ ਵੁੱਡ ਸੇ ਕਿ ਸਭ ਲੋਕਾਂ ਨੇ ਸੁਣਿਆ ਹੋਊਗਾ ਕਿ ਮਲੂਕਾ IAS ਅਕੈਡਮੀ ਹੈ ਜੋ ਕਿ ਬੱਚਿਆਂ ਨੂੰ UPSC ਦੇ ਲਈ ਪ੍ਰਿਪੇਅਰ ਕਰਵਾਉਂਦੀ ਹੈ। ਐਂਡ ਵੀ ਆਰ ਸੋ ਫੋਰਚੂਨ ਕਿ ਅਸੀਂ ਇਸ ਲੈਵਲ 'ਤੇ ਸਾਡਾ ਉਹਨਾਂ ਨਾਲ ਟਾਈ ਅਪ ਹੋਇਆ ਰੀਸੈਂਟਲੀ, ਤਾਂ ਉਹ ਸਾਡੀ ਅਤੇ ਸਾਡੇ ਬੱਚਿਆਂ ਦੀ ਹੈਲਪ ਕਰਦੇ ਆ ਪ੍ਰੈਪਰੇਸ਼ਨ ਦੇ ਲਈ। ਉਹਦੇ ਲਈ ਸਾਡੇ ਕੁਛ ਪ੍ਰੋਸੈਸ ਨੇ, ਲਾਈਕ ਫੋਰਟਨਾਈਟਲੀ ਉਹਨਾਂ ਦਾ ਕੋਈ ਵੀ ਐਕਸਪਰਟ ਟੀਚਰ, ਅਪਾਰਟ ਫਰੋਮ ਐਕਸਪਰਟ ਟੀਚਰ, ਜੋ ਬੱਚੇ UPSC ਕਲੀਅਰ ਕਰ ਚੁੱਕੇ ਆ, ਅਗਰ ਟਾਈਮ ਅਲਾਉ ਕਰਦਾ ਅਸੀਂ ਉਹਨਾਂ ਨਾਲ ਵੀ ਮੀਟ ਕਰਵਾਉਣੇ ਆ। ਅਦਰਵਾਈਜ਼ ਜੋ ਉਸ ਟਾਈਮ ਦੀ ਪੋਸੀਬਿਲਿਟੀ ਆ ਔਨਲਾਈਨ ਲੈਕਚਰ ਜਾਂ ਆਫਲਾਈਨ ਲੈਕਚਰ ਆ, ਅਸੀਂ ਉਹ ਵੀ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਹਾਂ। ਉਸ ਤੋਂ ਬਿਨਾਂ ਜੋ ਇਨ ਸਰਵਿਸ ਨੇ, ਜੋ UPSC ਕਲੀਅਰਡ ਆਫਿਸਰਸ ਨੇ, ਜਦੋਂ ਵੀ ਸਾਨੂੰ ਕੋਈ ਓਪਰਚੁਨਿਟੀ ਮਿਲਦੀ ਹੈ ਤਾਂ ਬੱਚਿਆਂ ਨੂੰ ਅਸੀਂ ਉਹਨਾਂ ਨਾਲ ਵੀ ਮੀਟਿੰਗਸ ਦਿੰਦੇ ਹਾਂ। ਇੱਕ ਮੈਮ, ਇਹ ਬੜਾ ਸਵਾਲ ਮੇਰੇ ਮਨ 'ਚ ਆ ਰਿਹਾ ਵੀ 11ਵੀਂ ਕਲਾਸ ਦਾ ਬੱਚਾ, ਉਹ 11ਵੀਂ ਕਲਾਸ ਦੀ ਪੜ੍ਹਾਈ ਵੀ ਉਹਨੇ ਕਰਨੀ ਆ ਅਤੇ ਨਾਲ ਆਪਾਂ ਉਹਨੂੰ UPSC ਵੀ ਪ੍ਰਿਪੇਅਰ ਕਰਾ ਰਹੇ ਹਾਂ। ਤੋ ਇੱਕ ਟਾਈਪ ਦਾ ਇੱਕ ਸਵਾਲ ਹੈ ਵੀ ਇਹ ਕਿਵੇਂ ਪੋਸੀਬਲ ਕਰਦੇ ਹੋ ਤੁਸੀਂ? ਇਹਦੇ ਲਈ ਕੀ ਸਟੈਂਡਰਡ ਬਣਾਇਆ ਹੋਇਆ?
ਡੈਫੀਨੇਟਲੀ ਸਰ, ਕਾਫੀ ਸਾਰੇ ਪੇਰੈਂਟਸ ਦੇ ਮਨ 'ਚ ਵੀ ਇਹ ਕੁਐਸਚਨ ਹੁੰਦਾ ਕਿ ਉਹ ਸੋਚਦੇ ਆ ਕਾਈਂਡ ਆਫ ਬਰਡਨ ਬੱਚਿਆਂ ਦੇ ਉੱਪਰ। ਤਾਂ ਇੱਦਾਂ ਦਾ ਕੁਛ ਨਹੀਂ ਹੈ। ਸਾਡਾ ਜੋ ਸਕੂਲ ਦਾ ਸਿਸਟਮ ਹੈ ਉਹਦੀਆਂ 2 ਟਾਈਮਿੰਗਸ ਨੇ, ਇੱਕ 1:30 ਤੱਕ, ਇੱਕ 2:55, ਆਲਮੋਸਟ 3 o'clock ਤੱਕ। ਤਾਂ ਸਭ ਤੋਂ ਇੰਪੋਰਟੈਂਟ ਸਾਡੇ ਲਈ ਵੀ CBSE ਹੈ, ਬੱਚਿਆਂ ਨੇ +1 +2 ਕਲੀਅਰ ਕਰਨੀ ਹੈ। ਤਾਂ ਜੋ 1:30 ਤੱਕ ਸਾਡਾ ਟਾਈਮ ਟੇਬਲ ਚੱਲਦਾ, ਦੈਟ ਇਜ਼ ਅਕੋਰਡਿੰਗ ਟੂ ਦੇਅਰ ਸਬਜੈਕਟਸ, CBSE ਦੇ ਅਕੋਰਡਿੰਗ। ਉਸ ਤੋਂ ਬਾਅਦ ਜੋ ਸਾਡਾ ਬੈਚ ਹੈ UPSC ਦਾ, ਉਹਦੀਆਂ ਕਲਾਸਿਸ ਚੱਲਦੀਆਂ 3 ਵਜੇ ਤੱਕ। ਅਤੇ ਸਾਡੀ ਸਭ ਤੋਂ ਪਹਿਲਾਂ ਕੋਸ਼ਿਸ਼ ਇਹ ਹੈ ਕਿ ਅਸੀਂ ਉਸ ਬੈਚ ਦੇ ਵਿੱਚ ਉਹੀ ਸਬਜੈਕਟਸ ਲੈ ਕੇ ਚੱਲਦੇ ਹਾਂ ਜੋ ਸਾਡੇ ਕੋਲ CBSE ਦੇ ਵਿੱਚ ਹੈ। ਫੋਰ ਐਨ ਐਗਜ਼ਾਮਪਲ, ਜਿਵੇਂ ਪੋਲੀਟੀਕਲ ਸਾਇੰਸ ਹੋ ਗਈ, ਉਸ ਤੋਂ ਬਾਅਦ ਹਿਸਟਰੀ ਹੋ ਗਈ, ਉਸ ਤੋਂ ਬਾਅਦ ਕੁਛ ਕੁ ਪੋਰਸ਼ਨ ਸਾਡਾ ਇੰਗਲਿਸ਼ ਦਾ ਜੋ ਕਿ ਬੇਸਿਕਲੀ ਇੱਕ ਐਂਟਰੈਂਸ ਐਗਜ਼ਾਮੀਨੇਸ਼ਨ ਦੇ ਵਿੱਚ ਕਲੀਅਰ ਹੁੰਦਾ। ਤਾਂ ਐਸ ਸੱਚ ਅਗਰ ਆਪਾਂ ਦੇਖ ਕੇ ਚੱਲੀਏ ਤਾਂ ਇੰਨੇ ਸਬਜੈਕਟਸ ਨੂੰ ਉਸ ਡੈਪਥ 'ਚ ਪੜ੍ਹਨ ਲਈ ਕੋਈ ਵੀ ਪਰਟੀਕੂਲਰ ਇੱਕ ਡਿਫਰੈਂਟ ਲੈਵਲ ਦਾ ਕੋਈ ਵੀ ਬਰਡਨ ਨਹੀਂ ਹੈਗਾ। ਤਾਂ ਬੱਚੇ ਈਜ਼ੀਲੀ ਉਸ ਚੀਜ਼ ਨੂੰ ਇੰਟਰਸਟਿੰਗ ਅਤੇ ਇੰਜੋਏ ਕਰਕੇ ਕਰਦੇ ਆ। ਲਾਸਟ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ, ਉਹਨਾਂ ਵਿੱਚ ਕੁਝ ਸਟੂਡੈਂਟ ਵੀ ਹੋਣਗੇ, ਕੁਝ ਪੇਰੈਂਟਸ ਵੀ ਹੋਣਗੇ, ਔਰ ਹੋ ਸਕਦਾ ਉਹ ਸੋਚ ਰਹੇ ਹੋਣ ਕਿ ਬੱਚੇ ਨੂੰ ਅੱਛੀ ਪੜ੍ਹਾਈ ਕਰਵਾ ਕੇ ਅਸੀਂ UPSC ਦੇ ਵਿੱਚ ਉਹਨਾਂ ਨੂੰ IAS ਆਫੀਸਰ ਜਾਂ IPS ਆਫੀਸਰ ਉਹ ਬਣਨ। ਤਾਂ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ? ਸਰ, ਮੈਂ ਸਾਰੇ ਬੱਚਿਆਂ ਨੂੰ ਅਤੇ ਪੇਰੈਂਟਸ ਨੂੰ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਲਾਈਕ ਜਿਵੇਂ ਆਪਾਂ ਨੂੰ ਸਭ ਨੂੰ ਪਤਾ ਜੋ UPSC ਵੈਰੀ ਡਿਫਿਕਲਟ ਐਗਜ਼ਾਮ ਹੈ। ਜੇ ਆਪਾਂ ਫਸਟ ਡੇ ਤੋਂ ਇਹਦੀ ਪ੍ਰੈਕਟਿਸ ਕਰਾਂਗੇ ਆਫ ਕੋਰਸ ਤਾਂ ਹੀ ਆਪਾਂ ਉਸ ਚੀਜ਼ ਨੂੰ ਕਰੈਕ ਕਰ ਸਕਦੇ ਹਾਂ। ਅਗਰ ਤੁਸੀਂ ਉਹਨੂੰ +1 ਤੋਂ ਸਟਾਰਟ ਕਰਦੇ ਹੋ, ਇੱਕ ਬੇਸਿਕ ਲੈਵਲ ਤੋਂ ਸਟਾਰਟ ਕਰਦੇ ਹੋ, ਤਾਂ ਡੈਫੀਨੇਟਲੀ ਤੁਹਾਡੀਆਂ 2 ਚੀਜ਼ਾਂ ਦੀ ਸੇਵਿੰਗ ਹੋਊਗੀ। ਦ ਫਸਟ ਵਨ ਇਜ਼ ਆਈ ਵੁੱਡ ਸੇ ਟਾਈਮ, ਜੋ ਕਿ ਸਭ ਤੋਂ ਇੰਪੋਰਟੈਂਟ ਹੈ। ਜੇ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਉਸ ਚੀਜ਼ ਨੂੰ ਸਟਾਰਟ ਕਰਦੇ ਹੋ ਤਾਂ ਤੁਹਾਡੇ ਕਿੰਨੇ ਸਾਲ, ਕਿੰਨਾ ਟਾਈਮ ਉਸ ਚੀਜ਼ 'ਤੇ ਲੱਗੂਗਾ। ਉਹੀ ਚੀਜ਼ ਤੁਸੀਂ ਥੋੜ੍ਹਾ ਥੋੜ੍ਹਾ ਕਰਕੇ ਪਹਿਲੇ ਸਾਲ ਤੋਂ ਸਟਾਰਟ ਕਰ ਰਹੇ ਹੋ ਤਾਂ ਤੁਹਾਡਾ ਟਾਈਮ ਸੇਵ ਹੋ ਰਿਹਾ ਐਂਡ ਇਸੇ ਨਾਲ ਰਿਲੇਟਡ ਤੁਹਾਡਾ ਪੈਸਾ ਸੇਵ ਹੋ ਰਿਹਾ। ਤੁਸੀਂ ਸਕੂਲ ਦੇ ਵਿੱਚ ਸਟਾਰਟ ਕਰਦੇ ਹੋ, ਤੁਹਾਡਾ ਉਹਦੇ ਨਾਲ ਹੀ ਜਾ ਰਹੀ ਹੈ ਉਹ ਚੀਜ਼। ਆਫਟਰ ਗ੍ਰੈਜੂਏਸ਼ਨ ਤੁਸੀਂ ਜਾ ਰਹੇ ਹੋ ਤਾਂ ਯੂ ਹੈਵ ਟੂ ਪੇ ਲੈਕਸ ਆਫ ਰੁਪੀਜ਼। ਅੱਜ ਕੱਲ੍ਹ ਆਪਾਂ ਨੂੰ ਸਭ ਨੂੰ ਪਤਾ ਕਿ ਲੱਖਾਂ ਲੱਖਾਂ ਰੁਪਏ ਫੀਸ ਹੈ ਇਹਨਾਂ ਚੀਜ਼ਾਂ ਦੀ ਪ੍ਰੈਪਰੇਸ਼ਨ ਕਰਨ ਲਈ। ਤਾਂ ਆਈ ਵੁੱਡ ਸੇ ਕਿ ਦੋਨੇ ਚੀਜ਼ਾਂ ਤੁਹਾਡੀਆਂ ਸੇਵ ਹੋਣਗੀਆਂ। ਐਂਡ ਲਾਸਟ 'ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗੀ ਕਿ ਲਾਈਕ ਆਪਾਂ ਹੁਣੇ ਡਿਸਕਸ ਕੀਤਾ ਕਿ ਸਾਡੀ ਇੱਕ ਕੋਲੈਬੋਰੇਸ਼ਨ ਹੋਈ ਆ IAS ਅਕੈਡਮੀ ਨਾਲ। ਤਾਂ ਅਸੀਂ ਫੋਰਟਨਾਈਟਲੀ ਲੈਕਚਰਸ ਵੀ ਦਿੰਦੇ ਆ, ਮੀਟਿੰਗਸ ਵੀ ਕਰਾਉਣੇ ਆ ਜੋ ਅਪਰੋਪਰੀਏਟ ਪਰਸਨ ਨੇ। ਤਾਂ ਜਦੋਂ ਬੱਚਾ ਉਸਦੇ ਗੋ ਥਰੂ ਜਾਂਦਾ ਤਾਂ ਡੈਫੀਨੇਟਲੀ ਬੱਚਿਆਂ 'ਚ ਇੱਕ ਕੌਨਫੀਡੈਂਸ ਆਉਂਦਾ। ਜਦੋਂ ਕੌਨਫੀਡੈਂਸ ਆਉਂਦਾ ਤਾਂ ਉਹਨਾਂ ਨੂੰ ਉਸ ਚੀਜ਼ ਬਾਰੇ, ਉਸ ਫੀਲਡ ਬਾਰੇ ਪਤਾ ਲੱਗਦਾ ਕਿ ਅੱਛਾ ਮੈਂ ਵੀ ਇੱਦਾਂ ਕਰ ਸਕਦਾ, ਇੱਦਾਂ ਹੋ ਸਕਦਾ। ਤਾਂ ਉਹ ਜਿਹੜੀ ਇੱਕ ਚੀਜ਼ ਆ ਨਾ, ਉਹ ਇੱਕ ਬੱਚੇ ਨੂੰ ਅਲੱਗ ਲੈਵਲ 'ਤੇ ਲੈ ਕੇ ਜਾਂਦੀ ਹੈ ਅਤੇ ਉਹ ਬਹੁਤ ਜ਼ਿਆਦਾ ਉਹਨੂੰ ਐਪਰੀਸ਼ੀਏਟ ਕਰਦੀ ਹੈ, ਉਸ ਨੂੰ ਕੌਨਫੀਡੈਂਸ ਦਿੰਦੀ ਹੈ ਉਸ ਚੀਜ਼ ਦੀ ਪ੍ਰੈਪਰੇਸ਼ਨ ਦੇ ਲਈ। ਇਹ ਸਨ ਸਾਡੇ ਨਾਲ ਮੈਡਮ ਜਸਦੀਪ ਕੌਰ ਜੀ, ਜੋ ਕਿ ਹਿਊਮੈਨਿਟੀ ਸਟਰੀਮ ਦੇ ਕੋਆਰਡੀਨੇਟਰ ਨੇ YS ਪਬਲਿਕ ਸਕੂਲ ਦੇ ਵਿੱਚ। ਤੋ ਜਿੰਨੇ ਵੀ ਦਰਸ਼ਕ ਇਹ ਸਾਡਾ ਐਪੀਸੋਡ ਦੇਖ ਰਹੇ ਨੇ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਔਰ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ ਮੈਡਮ ਜਸਦੀਪ ਕੌਰ ਜੀ ਦਾ, ਜਿਨ੍ਹਾਂ ਨੇ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਲਈ ਇੱਕ ਬਹੁਤ ਵੱਡਾ ਮੈਸੇਜ ਲੈ ਕੇ ਆਏ ਨੇ। ਜਿਨ੍ਹਾਂ ਨੇ UPSC ਜਾਣਾ, IAS ਆਫੀਸਰ ਬਣਨਾ ਜਾਂ IPS ਆਫੀਸਰ ਬਣਨਾ, ਤਾਂ YS ਪਬਲਿਕ ਸਕੂਲ ਦੇ ਵਿੱਚ ਇੱਕ ਐਸਾ ਪ੍ਰਬੰਧ ਕੀਤਾ ਗਿਆ ਜਿਸ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਹੀ ਉਹਨਾਂ ਨੂੰ ਪ੍ਰਪੇਅਰ ਕੀਤਾ ਜਾਂਦਾ, ਤਾਂ ਕਿ ਇਹ ਜਿਹੜਾ ਇੰਨਾ ਹਊਆ ਬਣਿਆ ਹੋਇਆ ਕਿ IAS ਐਗਜ਼ਾਮ ਬਹੁਤ ਔਖਾ ਜੀ, ਬਹੁਤ ਮਹਿੰਗਾ ਹੈਗਾ, ਤਾਂ ਉਹ ਚੀਜ਼ ਦਾ ਇੱਕ ਹੱਲ ਲੈ ਕੇ YS ਪਬਲਿਕ ਸਕੂਲ ਕੰਮ ਕਰ ਰਿਹਾ। ਤੋ ਜੇਕਰ ਅੱਜ ਦਾ ਐਪੀਸੋਡ ਤੁਹਾਨੂੰ ਅੱਛਾ ਲੱਗਿਆ, ਆਪਣੇ ਦਰਸ਼ਕਾਂ ਨੂੰ ਮੈਂ ਇਹੀ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਇਸ ਮੈਸੇਜ ਨੂੰ ਲੋਕਾਂ ਤੱਕ ਪਹੁੰਚਾਓ। ਚੈਨਲ ਨੂੰ ਸਬਸਕ੍ਰਾਈਬ ਜੇ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ, ਔਰ ਵੀਡੀਓ ਅੱਛੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ, ਤਾਂ ਕਿ ਤੁਹਾਡੇ ਜ਼ਰੀਏ ਇਹ ਮੈਸੇਜ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਸਕੇ। ਲਾਸਟ 'ਤੇ ਇੱਕ ਵਾਰ ਫਿਰ ਮੈਂ ਮੈਡਮ ਜਸਦੀਪ ਕੌਰ ਜੀ ਦਾ ਧੰਨਵਾਦ ਕਰੂੰਗਾ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ।